ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ। ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਕਮਾਲ ਦਾਤ ਬਖਸ਼ੀ ਹੈ, ਇਹਨਾਂ ਦੀ ਅਹਿਮੀਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਅਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜ਼ਨਦਾਰ ਅਤੇ ਵਧੀਆ ਅਲਫਾਜ਼ ਵਰਤੇ ਹੋਣ। ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ 'ਤੇ ਗਹਿਰਾ ਪ੍ਰਭਾਵ ਪਾਉਂਦੇ ਹਨ, ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੇ ਹਨ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ। ਸੋ ਆਓ ਸ਼ੁਰੂ ਕਰੀਏ ਅੱਜ ਦੀ ਇਹ ਕਹਾਣੀ। ਜੱਜ ਸਾਹਿਬ ਹਮੇਸ਼ਾ ਦੀ ਤਰ੍ਹਾਂ ਸਮੇਂ ਸਿਰ ਅਦਾਲਤ ਵਿੱਚ ਪਹੁੰਚ ਗਏ ਸਨ ਅਤੇ ਉਹਨਾਂ ਨੂੰ ਆਪਣੇ ਸਾਹਮਣੇ ਇੰਨੇ ਸਾਰੇ ਕੇਸਾਂ ਦੀਆਂ ਫਾਈਲਾਂ ਪਈਆਂ ਦੇਖ ਕੇ ਹਮੇਸ਼ਾ ਦੀ ਤਰ੍ਹਾਂ ਮਨ ਉਦਾਸ ਹੋ ਗਿਆ ਸੀ। ਜਦੋਂ ਤੋਂ ਉਹ ਜੱਜ ਬਣੇ ਸੀ, ਉਹਨਾਂ ਨੇ ਹਜ਼ਾਰਾਂ ਕੇਸਾਂ ਦੀ ਸੁਣਵਾਈ ਕੀਤੀ ਸੀ ਅਤੇ ਇਹਨਾਂ ਸਾਰਿਆਂ ਵਿੱਚ ਲੜਾਈ ਝਗੜੇ, ਪੈਸੇ ਦੀ ਲੜਾਈ, ਜ਼ਮੀਨ ਲਈ ਲੜਾਈ, ਔਰਤਾਂ ਲਈ ਲੜਾਈ, ਚੋਰੀਆਂ, ਲੁੱਟ-ਮਾਰ, ਕਤਲ ਕੇਸ, ਇਸ ਤੋਂ ਸਿਵਾਏ ਕੁਝ ਖਾਸ ਨਹੀਂ ਸੀ। ਆਪਣੀ ਰੂਟੀਨ ਅਨੁਸਾਰ ਉਹ ਸਾਹਮਣੇ ਪਈਆਂ ਫਾਈਲਾਂ ਨੂੰ ਚੈੱਕ ਕਰਨ ਲੱਗੇ। ਦੂਜੀ ਫਾਈਲ ਉਹਨਾਂ ਨੇ ਚੁੱਕੀ ਹੀ ਸੀ ਅਤੇ ਉਸ 'ਤੇ ਉਹਨਾਂ ਦੀ ਨਜ਼ਰ ਟਿਕ ਗਈ। ਉਹਨਾਂ ਨੂੰ ਇਹ ਕੇਸ ਬਾਕੀ ਸਾਰਿਆਂ ਨਾਲੋਂ ਵੱਖਰਾ ਅਤੇ ਖਾਸ ਲੱਗਿਆ। ਉਹਨਾਂ ਨੇ ਇਸ ਫਾਈਲ ਨੂੰ ਪੂਰੀ ਤਰ੍ਹਾਂ ਪੜ੍ਹ ਲਿਆ। ਇਹ ਮਾਮਲਾ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਖਿਲਾਫ ਦਰਜ ਕਰਵਾਇਆ ਸੀ ਅਤੇ ਕੇਸ ਕਰਨ ਦਾ ਕਾਰਨ ਸੀ ਮਾਂ ਦੀ ਕਸਟਡੀ ਲੈਣਾ। ਜੱਜ ਸਾਹਿਬ ਨੇ ਉਹ ਫਾਈਲ ਦੇਖੀ ਅਤੇ ਸਭ ਤੋਂ ਪਹਿਲਾਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਫੈਸਲਾ ਕੀਤਾ। ਅਦਾਲਤ ਵਿੱਚ ਸਾਰੇ ਹਾਜ਼ਰ ਸਨ, ਮਾਂ, ਦੋਵੇਂ ਭਰਾ ਅਤੇ ਵਕੀਲ ਸਾਹਿਬ। ਜੱਜ ਨੇ ਸਭ ਤੋਂ ਪਹਿਲਾਂ ਛੋਟੇ ਭਰਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਛੋਟੇ ਭਰਾ ਨੇ ਕਿਹਾ, ਜੱਜ ਸਾਹਿਬ, ਮੇਰੀ ਉਮਰ 60 ਸਾਲ ਹੈ ਅਤੇ ਮੇਰੇ ਵੱਡੇ ਭਰਾ ਦੀ ਉਮਰ 65 ਸਾਲ ਹੈ ਅਤੇ ਸਾਡੀ ਦੋਹਾਂ ਦੀ ਮਾਂ, ਜੋ ਕਿ 90 ਸਾਲ ਦੀ ਹੈ, ਵੱਡੇ ਭਰਾ ਨਾਲ ਰਹਿੰਦੀ ਹੈ। ਪਰ ਹੁਣ ਮੇਰੀ ਦਿਲੀ ਖੁਆਇਸ਼ ਹੈ ਕਿ ਮਾਂ ਬਾਕੀ ਦੀ ਜ਼ਿੰਦਗੀ ਮੇਰੇ ਨਾਲ ਗੁਜ਼ਾਰੇ, ਮੇਰੇ ਨਾਲ ਰਹੇ। ਜੱਜ ਸਾਹਿਬ, ਮੈਨੂੰ ਆਪਣੀ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਮੈਂ ਆਪਣੇ ਵੱਡੇ ਭਰਾ ਨੂੰ ਬਹੁਤ ਸਮਝਾਇਆ ਕਿ ਹੁਣ ਤੁਸੀਂ ਵੀ ਬਜ਼ੁਰਗ ਹੋ ਰਹੇ ਹੋ ਕਿ ਮਾਂ ਨੂੰ ਮੇਰੇ ਨਾਲ ਰਹਿਣ ਦਿਓ। ਤੁਹਾਡੀ ਉਮਰ ਹੋ ਚੁੱਕੀ ਹੈ, ਤੁਹਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ, ਤੁਸੀਂ ਦਿਲ ਦੇ ਮਰੀਜ਼ ਹੋ। ਮੈਂ ਠੀਕ ਠਾਕ ਹਾਂ, ਤੰਦਰੁਸਤ ਹਾਂ। ਬਿਹਤਰ ਇਹੀ ਹੋਵੇਗਾ ਕਿ ਮਾਂ ਦੀ ਸੇਵਾ ਕਰਨ ਦਾ ਮੌਕਾ ਹੁਣ ਮੈਨੂੰ ਦੇ ਦਿਓ, ਕਿਉਂਕਿ ਮਾਂ ਪਿਛਲੇ 30 ਸਾਲਾਂ ਤੋਂ ਉਸ ਦੇ ਨਾਲ ਰਹਿ ਰਹੀ ਹੈ। ਕਿ ਮੈਨੂੰ ਇਹ ਹੱਕ ਨਹੀਂ ਹੈ ਕਿ ਮਾਂ ਮੇਰੇ ਨਾਲ ਰਹੇ, ਮੈਂ ਆਪਣੀ ਮਾਂ ਦੀ ਸੇਵਾ ਕਰ ਸਕਾਂ। ਪਰ ਵੱਡਾ ਭਰਾ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਇਸ ਲਈ ਮਜਬੂਰੀ ਵਿੱਚ ਮੈਨੂੰ ਆਪਣੇ ਵੱਡੇ ਭਰਾ 'ਤੇ ਕੇਸ ਕਰਨਾ ਪੈ ਰਿਹਾ ਹੈ। ਛੋਟੇ ਭਰਾ ਨੇ ਗੱਲ ਖਤਮ ਕੀਤੀ ਤਾਂ ਜੱਜ ਸਾਹਿਬ ਨੇ ਵੱਡੇ ਭਰਾ ਨੂੰ ਆਪਣੀ ਗੱਲ ਰੱਖਣ ਵਾਸਤੇ ਕਿਹਾ। ਵੱਡੇ ਭਰਾ ਨੇ ਕਿਹਾ, ਇਹ ਸੱਚ ਹੈ ਕਿ ਮੇਰੀ ਉਮਰ 65 ਸਾਲ ਹੈ। ਇਹ ਵੀ ਸੱਚ ਹੈ ਕਿ ਹੁਣ ਮੇਰੀ ਸਿਹਤ ਪਹਿਲਾਂ ਵਰਗੀ ਨਹੀਂ ਰਹੀ। ਪਰ ਓਨਾ ਹੀ ਸੱਚ ਇਹ ਵੀ ਹੈ ਕਿ ਮੈਂ ਸਿਰਫ ਇਸ ਲਈ ਜ਼ਿੰਦਾ ਹਾਂ ਕਿਉਂਕਿ ਮੇਰੀ ਮਾਂ ਮੇਰੇ ਨਾਲ ਹੈ। ਮੇਰੀ ਸਿਹਤ ਭਾਵੇਂ ਕਿੰਨੀ ਵੀ ਖਰਾਬ ਕਿਉਂ ਨਾ ਹੋਵੇ, ਭਾਵੇਂ ਮੇਰੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਪਰ ਮੇਰੀ ਮਾਂ ਮੇਰੇ ਨਾਲ ਹੋਣ ਕਾਰਨ ਮੇਰੀ ਦੁੱਖ ਭਰੀ ਜ਼ਿੰਦਗੀ ਵੀ ਸਵਰਗ ਵਰਗੀ ਬਣ ਜਾਂਦੀ ਹੈ। ਜੱਜ ਸਾਹਿਬ, ਤੁਸੀਂ ਹੀ ਦੱਸੋ ਕਿ ਮੈਂ ਆਪਣੀ ਮਾਂ ਨੂੰ ਆਪਣੇ ਤੋਂ ਦੂਰ ਕਿਵੇਂ ਜਾਣ ਦੇ ਸਕਦਾ ਹਾਂ। ਜੱਜ ਸਾਹਿਬ ਨੇ ਦੋਹਾਂ ਭਰਾਵਾਂ ਦੇ ਵਿਚਾਰ ਸੁਣੇ ਅਤੇ ਵੱਡੇ ਭਰਾ ਨੂੰ ਕਿਹਾ, ਤੁਸੀਂ ਖੁਦ ਕਹਿੰਦੇ ਹੋ ਤੁਹਾਡੀ ਸਿਹਤ ਠੀਕ ਨਹੀਂ ਹੈ ਅਤੇ ਜੇਕਰ ਤੁਹਾਡੀ ਸਿਹਤ ਖਰਾਬ ਰਹਿੰਦੀ ਹੈ ਤਾਂ ਤੁਸੀਂ ਆਪਣੀ ਮਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਿਵੇਂ ਕਰ ਸਕੋਗੇ, ਇਹ ਵੀ ਤਾਂ ਸੋਚੋ। ਵੱਡੇ ਭਰਾ ਨੇ ਕਿਹਾ, ਮੈਂ ਆਪਣੀ ਮਾਂ ਦੀ ਚੰਗੀ ਦੇਖਭਾਲ ਕਰਦਾ ਹਾਂ। ਤੁਸੀਂ ਮੇਰੀ ਮਾਂ ਨੂੰ ਵੀ ਪੁੱਛ ਸਕਦੇ ਹੋ
ਅਤੇ ਜੇਕਰ ਉਹ ਆਪ ਕਹਿੰਦੀ ਹੈ ਕਿ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਬੇਸ਼ੱਕ ਤੁਸੀਂ ਉਸ ਨੂੰ ਮੇਰੇ ਛੋਟੇ ਭਰਾ ਕੋਲ ਭੇਜ ਦਿਓ। ਜੱਜ ਨੂੰ ਉਹਨਾਂ ਦੀ ਇਹ ਗੱਲ ਪਸੰਦ ਆਈ ਅਤੇ ਜੱਜ ਸਾਹਿਬ ਨੇ ਹੁਣ ਉਹਨਾਂ ਦੀ ਮਾਂ ਤੋਂ ਪੁੱਛਣ ਦਾ ਫੈਸਲਾ ਕੀਤਾ। ਉਹਨਾਂ ਦੀ ਮਾਂ ਬਹੁਤ ਬਜ਼ੁਰਗ ਅਤੇ ਬਹੁਤ ਕਮਜ਼ੋਰ ਸੀ। ਉਹ ਅਦਾਲਤ ਵਿੱਚ ਵੀ ਵੀਲਚੇਅਰ 'ਤੇ ਹੀ ਬੈਠੀ ਸੀ। ਜਦੋਂ ਜੱਜ ਸਾਹਿਬ ਨੇ ਉਸ ਨੂੰ ਉਸਦੇ ਫੈਸਲੇ ਬਾਰੇ ਪੁੱਛਿਆ ਤਾਂ ਮਾਂ ਨੇ ਕਿਹਾ ਕਿ ਮੇਰੇ ਲਈ ਦੋਵੇਂ ਬੱਚੇ ਬਰਾਬਰ ਹਨ। ਉਹ ਇੱਕ ਦਾ ਪੱਖ ਲੈ ਕੇ ਦੂਜੇ ਨੂੰ ਨਾਰਾਜ਼ ਨਹੀਂ ਕਰ ਸਕਦੀ। ਤੁਸੀਂ ਤਾਂ ਜੱਜ ਸਾਹਿਬ ਹੋ, ਤੁਸੀਂ ਹਮੇਸ਼ਾ ਅਜਿਹੇ ਫੈਸਲੇ ਲੈਂਦੇ ਹੋ ਅਤੇ ਤੁਸੀਂ ਜੋ ਵੀ ਫੈਸਲਾ ਲਓਗੇ ਉਹ ਮੇਰੇ ਲਈ ਆਖਰੀ ਫੈਸਲਾ ਹੋਵੇਗਾ ਅਤੇ ਮੈਂ ਤੁਹਾਡੇ ਫੈਸਲੇ ਨੂੰ ਚੁੱਪਚਾਪ ਸਵੀਕਾਰ ਕਰ ਲਵਾਂਗੀ। ਜੱਜ ਸਾਹਿਬ ਮਾਂ ਦੀ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਏ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਅਨੋਖਾ ਮਾਮਲਾ ਕਦੇ ਨਹੀਂ ਸੀ ਦੇਖਿਆ। ਦੋ ਭਰਾ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਇੱਕ ਦੂਜੇ 'ਤੇ ਥੋਪਦੇ ਹਨ। ਇੱਕ ਕਹਿੰਦਾ ਹੈ ਤੂੰ ਰੱਖ ਅਤੇ ਦੂਜਾ ਕਹਿੰਦਾ ਹੈ ਤੂੰ ਰੱਖ। ਜੱਜ ਸਾਹਿਬ ਦੀ ਹੈਰਾਨੀ ਉਦੋਂ ਹੋਰ ਵੀ ਵੱਧ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਮਾਂ ਕੋਲ ਵਸੀਅਤ ਵਿੱਚ ਦੋਵਾਂ ਪੁੱਤਰਾਂ ਨੂੰ ਦੇਣ ਲਈ ਇੱਕ ਪੈਸਾ ਵੀ ਨਹੀਂ ਸੀ। ਜੱਜ ਸਾਹਿਬ ਨੂੰ ਇਹ ਫੈਸਲਾ ਲੈਣ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਸੀ। ਫਿਰ ਕਾਫੀ ਚਿਰ ਸੋਚਣ ਤੋਂ ਬਾਅਦ ਜੱਜ ਸਾਹਿਬ ਨੇ ਇਹ ਫੈਸਲਾ ਲਿਆ ਕਿ ਮਾਂ ਹੁਣ ਛੋਟੇ ਭਰਾ ਦੇ ਨਾਲ ਰਹੇਗੀ। ਤੇ ਜੱਜ ਸਾਹਿਬ ਦਾ ਇਹ ਫੈਸਲਾ ਸੁਣ ਕੇ ਵੱਡਾ ਭਰਾ ਜ਼ਮੀਨ 'ਤੇ ਬੈਠ ਕੇ ਫੁੱਟ ਕੇ ਰੋਇਆ। ਉਸ ਨੂੰ ਰੋਂਦਾ ਦੇਖ ਕੇ ਅਦਾਲਤ ਵਿੱਚ ਮੌਜੂਦ ਸਾਰਿਆਂ ਦੇ ਨਾਲ ਜੱਜ ਦੀਆਂ ਅੱਖਾਂ 'ਚ ਵੀ ਹੰਝੂ ਵਹਿ ਤੁਰੇ। ਦੋਸਤੋ, ਤੁਸੀਂ ਭੈਣ ਭਰਾ ਦੀ ਲੜਾਈ ਤਾਂ ਬਹੁਤ ਦੇਖੀ ਹੋਵੇਗੀ, ਪਰ ਮਾਂ ਲਈ ਲੜੇ ਇਹਨਾਂ ਦੋ ਭਰਾਵਾਂ ਵਰਗੀ ਅਨੋਖੀ ਲੜਾਈ ਤੁਸੀਂ ਕਦੇ ਨਹੀਂ ਦੇਖੀ ਹੋਵੇਗੀ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਮਾਤਾ ਪਿਤਾ ਦਾ ਕਰਜ਼ਾ ਕਿਵੇਂ ਉਤਾਰਨਾ ਹੈ, ਕਿਵੇਂ ਚੁਕਾਉਣਾ ਹੈ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਿਵੇਂ ਨਿਰਸਵਾਰਥ ਭਾਵ ਨਾਲ ਕੀਤੀ ਜਾਂਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਪਸੰਦ ਕਰਨ ਲਈ, ਸੁਣਨ ਲਈ ਤੁਹਾਡਾ ਧੰਨਵਾਦ।